Hello everyone, welcome to Victor's Knowledge. This is Shinu Sharma, and today in this lecture, we are going to take up a very important static GK portion, that is important MCQs on national as well as international award. ਤੇ ਇਸ ਟੌਪਿਕ ਦੇ ਦੋ ਪਾਰਟਸ ਹੋਣਗੇ। ਅੱਜ ਮੈਂ ਫਰਸਟ ਪਾਰਟ ਦੇ ਅੰਦਰ ਤੁਹਾਡੇ ਨਾਲ ਨੈਸ਼ਨਲ ਅਵਾਰਡਸ ਡਿਸਕਸ ਕਰੂੰਗੀ। Also, before beginning with today's lecture, I want to share something important with you guys. So, I have already launched a combined crash course for PPSC cooperative as well as ਨਾਇਬ ਤਹਿਸੀਲਦਾਰ exam. So, ਜਿਹੜੇ ਵੀ student interested ਨੇ ਇਸ crash course ਨੂੰ buy ਕਰਨ ਦੇ ਲਈ ਜਾਂ ਇਹਦੇ ਨਾਲ related ਤੁਹਾਨੂੰ ਕੋਈ ਵੀ detail ਪੁੱਛਣੀ ਹੈ ਤਾਂ ਤੁਸੀਂ ਮੈਨੂੰ email ਭੇਜ ਸਕਦੇ ਹੋ on legalvictor02896@gmail.com. So now starting with our first question, match list 1 and list 2. Select the correct answer from the codes given below. So ਆਪਣੇ ਕੋਲ left side ਤੇ ਕੁਝ awards ਦੇ name ਨੇ ਜਿਹੜੇ main ਪਦਮਾਂ ਦੀਆਂ ਤਿੰਨ categories ਨੇ। list 2 ਦੇ ਅੰਦਰ ਇਹ ਜਿਹੜੇ awards ਨੇ ਉਹ ਕਿਹੜੀ ਚੀਜ਼ ਲਈ ਨੇ ਉਹਨਾਂ ਦੀ ਜਿਹੜੀ description ਹੈ ਉਹ ਦੱਸੀ ਹੋਈ ਹੈ। ਸੋ ਆਪਾਂ ਨੇ list 1 ਨੂੰ list 2 ਦੇ ਨਾਲ match ਕਰਨਾ ਹੈ। So first is option A, Padma Vibhushan. So Padma Vibhushan ਦਿੱਤਾ ਜਾਂਦਾ ਹੈ exceptional ਤੇ distinguished service ਦੇ ਲਈ, Padma Bhushan Award distinguished service of higher order, and C Padma Shri for distinguished service in any field. So ਉਰੇ ਕੋਈ ਵੀ field specific ਨਹੀਂ ਹੈ। So ਇਹਦਾ right answer ਹੈ option A 3, 2 and 1. Question number 2. ਕੁਝ ਆਪਣੇ ਕੋਲ awards ਨੇ, 4 awards, ਇਹਨਾਂ ਨੂੰ chronological order ਦੇ ਵਿੱਚ ਲਗਾਉਣਾ। ਸੋ ਸਭ ਤੋਂ ਪਹਿਲਾ ਜਿਹੜਾ ਅਵਾਰਡ ਆਉਂਦਾ ਹੈ ਉਹ ਹੈ ਅਰਜੁਨ ਅਵਾਰਡ। ਨੰਬਰ 2 ਤੇ ਜਿਹੜਾ ਆਉਂਦਾ that is द्रोणाचार्य, then ਰਾਜੀਵ ਗਾਂਧੀ ਖੇਲ ਰਤਨ ਅਵਾਰਡ, and number 4 ਧਿਆਨ ਚੰਦ ਅਵਾਰਡ। ਸੋ ਇਹ ਸਪੋਰਟਸ ਕੈਟੇਗਰੀ ਦੇ ਵਿੱਚ ਜਿਹੜੇ ਕੋਚਿਸ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ। ਤੇ ਜਿਹੜਾ ਕ੍ਰੋਨੋਲੋਜੀਕਲ ਆਰਡਰ ਹੈ ਇਹ ਬੇਸਿਕਲੀ ਇਹਨਾਂ ਦੇ ਲਾਂਚ ਦੇ ਬੇਸਿਸ ਦੇ ਉੱਤੇ ਹੈ। ਸੋ ਜੇ ਆਪਾਂ ਈਅਰਸ ਦੀ ਗੱਲ ਕਰੀਏ ਤਾਂ ਜਿਹੜੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਹੈ ਇਹ ਇਨੀਸ਼ੀਏਟ ਕੀਤੇ ਗਏ 1991 ਵਿੱਚ। ਉਸ ਤੋਂ ਬਾਅਦ ਜਿਹੜੇ ਅਰਜੁਨ ਅਵਾਰਡ ਨੇ ਇਹ 1961, ਦੈਨ ਧਿਆਨ ਚੰਦ ਅਵਾਰਡ 2002, ਇਹ ਈਅਰਸ ਐਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਐਂਡ ਲਾਸਟਲੀ द्रोणाचार्य ਅਵਾਰਡ 1985। ਸੋ ਇਹਨਾਂ ਈਅਰਸ ਦੇ ਬੇਸਿਸ ਦੇ ਉੱਤੇ ਆਪਾਂ ਨੇ ਇਹਨਾਂ ਨੂੰ 2, 4, 1, 3 ਇਸ ਕਰੈਕਟ ਕੋਡ ਦੇ ਵਿੱਚ ਕ੍ਰੋਨੋਲੋਜੀਕਲ ਆਰਡਰ ਦੇ ਅੰਦਰ ਲਗਾਉਣਾ। Next is third question. This is about Saraswati Samman. This is very important award. So ਤਿੰਨ statements ਨੇ ਸਰਸਵਤੀ सम्मान ਬਾਰੇ ਆਪਾਂ ਨੇ ਦੱਸਣਾ ਹੈ that which of the following statement is are correct. So ਸਭ ਤੋਂ ਪਹਿਲੀ statement ਕਹਿ ਰਹੀ ਹੈ ਸਰਸਵਤੀ सम्मान ਹੈ ਜਿਹੜਾ ਇਹ prestigious award KK ਬਿਰਲਾ ਫਾਊਂਡੇਸ਼ਨ ਦੇ ਦੁਆਰਾ ਦਿੱਤਾ ਜਾਂਦਾ ਹੈ। ਸੋ ਇਹ ਬਿਲਕੁਲ ਸਹੀ option ਹੈ। Next, the Samman is given annually to an outstanding literary work published in Hindi only. So उरे Hindi only गलत है। Third option, it was initiated in 1991. So 1991 start हुए, ये बिल्कुल सही है। So second option गलत है क्योंकि उरे Hindi only लिखा गया। पहली ते तीजी statement सही है। So right answer हो गया option C 1 and 3. Next again match the following question. ਲਿਸਟ 1 ਲਿਸਟ 2 ਕੁਝ ਅਵਾਰਡਸ ਨੇ ਤੇ ਉਹ ਕਿਹੜੇ ਇਵੈਂਟ ਕਿਹੜੇ ਮੇਨ ਉਹ ਏਰੀਆ ਦੇ ਲਈ ਦਿੱਤੇ ਜਾਂਦੇ ਨੇ, ਕਿਹੜੇ ਇੰਪੋਰਟੈਂਟ ਕੰਮ ਦੇ ਲਈ ਦਿੱਤੇ ਜਾਂਦੇ ਨੇ। ਸੋ ਉਹਦੀ ਲਿਸਟ ਆਪਣੇ ਕੋਲ। ਪਹਿਲਾ ਹੈ ਸਰਸਵਤੀ सम्मान, ਇਹ ਦਿੱਤਾ ਜਾਂਦਾ ਹੈ ਲਿਟਰੇਚਰ ਲਈ। ਕਬੀਰ ਅਵਾਰਡ ਸੋਸ਼ਲ ਸੋਲੀਡੈਰਿਟੀ, ਅਰਜੁਨ ਅਵਾਰਡ ਸਪੋਰਟਸ, ਭਟਨਾਗਰ ਸਾਇੰਸ। ਸੋ ਰਾਈਟ ਆਨਸਰ ਹੋ ਗਿਆ ਆਪਸ਼ਨ A 4, 3, 2, 1. Consider the following statement. Bharat Ratna is not awarded to the dead person like Nobel Prize. So ਜਿਹੜਾ ਭਾਰਤ ਰਤਨ ਹੈ ਇਹ ਜਿਹੜੇ ਪਰਸਨ ਮਰ ਜਾਂਦੇ ਨੇ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਸੋ ਇਹ ਬਿਲਕੁਲ ਸਹੀ ਸਟੇਟਮੈਂਟ ਹੈ। Holder of Bharat Ratna ranks 7 in the Indian Order of Presidents. ਸੋ ਜੇ ਆਪਾਂ Indian Order of Presidents ਦੀ ਗੱਲ ਕਰੀਏ ਤਾਂ ਜਿਹਦੇ ਕੋਲ ਭਾਰਤ ਰਤਨ ਅਵਾਰਡ ਹੁੰਦਾ ਹੈ ਜਿਹਨੂੰ ਇਹ ਮੇਨ ਮਿਲਦਾ ਹੈ ਉਹ 7ਵੇਂ ਰੈਂਕ ਉੱਤੇ ਆਉਂਦਾ ਪਰਸਨ। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ। ਆਰਡਰ ਆਫ ਪ੍ਰੈਜ਼ੀਡੈਂਟਸ ਦਾ ਮਤਲਬ ਹੈ ਜਿਹੜੇ ਆਪਾਂ ਅਵਾਰਡਸ ਦੀ ਆਰਡਰਸ ਦੀ ਗੱਲ ਕਰਦੇ ਹਾਂ ਸਭ ਤੋਂ ਹਾਈਐਸਟ ਤਾਂ ਭਾਰਤ ਰਤਨ ਹੋਲਡਰ ਅਵਾਰਡ 7th ਰੈਂਕ ਉੱਤੇ ਆਉਂਦਾ ਹੈ। ਨੈਕਸਟ ਹੈ ਜਨਨੀਪਿਤ ਅਵਾਰਡ ਦੇ ਬਾਰੇ ਦੋ ਸਟੇਟਮੈਂਟ ਨੇ। ਪਹਿਲੀ ਸਟੇਟਮੈਂਟ ਹੈ ਕਿ ਕਿਸੇ ਵੀ ਭਾਰਤ ਦੇ ਨਾਗਰਿਕ ਨੂੰ ਦਿੱਤਾ ਜਾਂਦਾ ਹੈ ਜਿਹੜਾ 8 ਸ਼ਡਿਊਲਡ ਲੈਂਗੁਏਜ ਨੇ ਜਿਹੜੀਆਂ ਇੰਡੀਆ ਦੀਆਂ ਉਹਨਾਂ ਦੇ ਵਿੱਚ ਕੋਈ ਵੀ ਰਾਈਟਿੰਗ ਲਿਖਦੇ ਆ। ਦੈਨ ਪਹਿਲੀ ਵਾਰੀ 1961 ਵਿੱਚ ਇਹ ਅਵਾਰਡ ਦਿੱਤਾ ਗਿਆ।
ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਕਰੈਕਟ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ both 1 and 2। ਨੈਕਸਟ ਕੁਐਸਚਨ ਭਾਰਤ ਰਤਨ ਅਵਾਰਡ ਸਿਰਫ ਔਰ ਸਿਰਫ ਜਦੋਂ ਤੋਂ ਇਹਦੀ ਇਨਸੈਪਸ਼ਨ ਹੋਈ ਹੈ, ਜਦੋਂ ਤੋਂ ਦੇਣਾ ਸਟਾਰਟ ਕੀਤਾ ਗਿਆ ਹੈ, ਸਿਰਫ ਆਊਟਸਟੈਂਡਿੰਗ ਇੰਡੀਅਨਸ ਦਿੱਤਾ ਜਾਂਦਾ ਹਰ ਸਾਲ। ਇਹ ਸਟੇਟਮੈਂਟ ਗਲਤ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਰਿਪਬਲਿਕ ਡੇ ਵਾਲੇ ਦਿਨ 26 ਜਨਵਰੀ ਨੂੰ ਪਦਮ ਵਿਭੂਸ਼ਣ ਅਵਾਰਡ ਜਿਹੜਾ ਦਿੱਤਾ ਜਾਂਦਾ ਹੈ, ਇਹ ਸਭ ਤੋਂ ਲੋਐਸਟ ਸਿਵੀਲੀਅਨ ਅਵਾਰਡ ਹੈ। ਸੋ ਸਿਵੀਲੀਅਨ ਅਵਾਰਡਸ ਦੀ ਕੈਟੇਗਰੀ ਸਭ ਤੋਂ ਨੀਚੇ ਆਉਂਦਾ, ਸੋ ਇਹ ਸਟੇਟਮੈਂਟ ਵੀ ਗਲਤ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੀਦਰ 1 nor 2। ਨੈਕਸਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਜਿਹੜੇ ਇਹ ਤਿੰਨ ਅਵਾਰਡ ਲਿਖੇ ਹੋਏ ਨੇ ਇਹਨਾਂ ਨੂੰ ਪ੍ਰੈਜ਼ੈਂਟ ਕੌਣ ਕਰਦਾ ਹੈ, ਦਿੰਦਾ ਕੌਣ ਹੈ? ਸਵਰਨ ਕਮਲ, ਰਜਤ ਕਮਲ, ਦਾਦਾ ਸਾਹਿਬ ਫਾਲਕੇ ਅਵਾਰਡ। ਸੋ ਇਹ ਤਿੰਨੋਂ ਦਿੱਤੇ ਜਾਂਦੇ ਨੇ ਰਾਸ਼ਟਰਪਤੀ ਦੇ ਦੁਆਰਾ। ਆਪਸ਼ਨ ਏ ਦ ਪ੍ਰੈਜ਼ੀਡੈਂਟ ਇਜ਼ ਦ ਰਾਈਟ ਆਨਸਰ। ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਪਦਮ ਵਿਭੂਸ਼ਣ ਦੂਜੇ ਨੰਬਰ ਦਾ ਸਭ ਤੋਂ ਹਾਈਐਸਟ ਸਿਵੀਲੀਅਨ ਅਵਾਰਡ ਹੈ ਇੰਡੀਆ ਦਾ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਨੈਕਸਟ ਸਟੇਟਮੈਂਟ ਟੈਗੋਰ ਲਿਟਰੇਚਰ ਅਵਾਰਡ are jointly instituted by ਸਾਹਿਤਿਆ ਅਕੈਡਮੀ ਐਂਡ ਯੂਨੈਸਕੋ। ਜਿਹੜੇ ਟੈਗੋਰ ਲਿਟਰੇਚਰ ਅਵਾਰਡ ਨੇ ਇਹ ਸਾਹਿਤਿਆ ਅਕੈਡਮੀ ਤੇ ਯੂਨੈਸਕੋ ਦੇ ਦੁਆਰਾ ਇਕੱਠੇ ਦਿੱਤੇ ਜਾਂਦੇ ਨੇ। ਇਹ ਸਟੇਟਮੈਂਟ ਗਲਤ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ 1 ਓਨਲੀ। ਨੈਕਸਟ ਇਜ਼ 10th ਕੁਐਸਚਨ। ਕੇ ਬਿਰਲਾ ਫਾਊਂਡੇਸ਼ਨ ਅਵਾਰਡਸ ਨੂੰ ਲੈ ਕੇ ਤਿੰਨ ਸਟੇਟਮੈਂਟਸ ਨੇ, ਸੋ ਵੀ ਹੈਵ ਟੂ ਟੈਲ ਕਿ ਕਿਹੜੀ ਸਟੇਟਮੈਂਟ ਸਹੀ ਹੈ। ਫਰਸਟ ਸਟੇਟਮੈਂਟ ਸਾਹਿਤਿਆ ਸਨਮਾਨ is meant for outstanding literary work in any Indian language। ਸੋ ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਜਿਹੜਾ ਵਿਆਸ ਮਾਨ ਹੈ ਪਾਰਟਿਕੂਲਰਲੀ ਇਹ ਹਿੰਦੀ ਵਿੱਚ ਆਊਟਸਟੈਂਡਿੰਗ ਕੰਮ ਲਈ ਦਿੱਤਾ ਜਾਂਦਾ ਹੈ। ਇਹ ਸੈਕਿੰਡ ਸਟੇਟਮੈਂਟ ਵੀ ਬਿਲਕੁਲ ਸਹੀ ਹੈ। ਬਿਹਾਰੀ ਪੁਰਸਕਾਰ ਦਿੱਤਾ ਜਾਂਦਾ ਹੈ ਜੋ ਕੋਈ ਵੀ ਹਿੰਦੀ ਜਾਂ ਫਿਰ ਇੰਡੀਅਨ ਫਿਲਾਸਫੀ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ। ਸੋ ਇਹ ਬਿਲਕੁਲ ਸਹੀ ਸਟੇਟਮੈਂਟਸ ਨੇ ਤਿੰਨੋਂ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ 1 2 and 3। ਨੈਕਸਟ ਇਜ਼ ਮੈਚ ਦ ਫੋਲੋਇੰਗ। ਲਿਸਟ 1 ਨੂੰ ਲਿਸਟ 2 ਦੇ ਨਾਲ ਮੈਚ ਕਰਨਾ ਹੈ ਤੇ ਸਹੀ ਕੋਡ ਦੱਸਣਾ ਆਪਾਂ ਨੇ। ਸੋ ਪਹਿਲਾ ਹੈ ਜਰਨੀਪਿਥ ਅਵਾਰਡ। ਜਰਨੀਪਿਥ ਅਵਾਰਡ 1961 ਵਿੱਚ ਸ਼ੁਰੂਆਤ ਹੋਈ ਇਹਨਾਂ ਦੀ, ਇਨੀਸ਼ੀਏਟ ਕੀਤੇ ਗਏ। ਇਹ ਲਿਟਰੇਚਰ ਵਿੱਚ ਦਿੱਤੇ ਜਾਂਦੇ ਨੇ। ਸੋ ਆਪਸ਼ਨ ਏ ਦਾ ਰਾਈਟ ਆਨਸਰ ਹੈ ਆਪਸ਼ਨ 1। ਸਰਸਵਤੀ ਅਵਾਰਡ ਲਿਟਰੇਚਰ ਵਿੱਚ ਇਹ ਵੀ 1991 ਵਿੱਚ ਸਟਾਰਟ ਹੋਏ। ਆਪਸ਼ਨ ਬੀ ਮੈਚਸ ਵਿਦ ਆਪਸ਼ਨ 2। ਵਤਸਪਤੀ ਸਨਮਾਨ ਸੰਸਕ੍ਰਿਤ ਵਿੱਚ ਦਿੱਤਾ ਜਾਂਦਾ ਹੈ, 1992 ਵਿੱਚ ਸ਼ੁਰੂ ਹੋਏ। ਸੋ ਆਪਸ਼ਨ ਸੀ ਮੈਚਸ ਵਿਦ ਆਪਸ਼ਨ 3 ਤੇ ਲਾਸਟ ਜਿਹੜੀ ਬਚਦੀ ਹੈ ਸ਼ੰਕਰ ਅਵਾਰਡ। ਦਿਸ ਮੈਚ ਵਿਦ ਆਪਸ਼ਨ 4 ਇੰਡੀਅਨ ਫਿਲਾਸਫੀ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ 1 2 3 4। ਨੈਕਸਟ ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਸੋ ਪਹਿਲੀ ਸਟੇਟਮੈਂਟ ਵਿਆਸ ਸਨਮਾਨ ਜਿਹੜਾ ਆਊਟਸਟੈਂਡਿੰਗ ਕੰਮ ਕਰਦਾ ਲਿਟਰੇਚਰ ਦੇ ਵਿੱਚ। ਕਬੀਰ ਸਨਮਾਨ ਫॉर ਸੋਸ਼ੀਓ ਕਮਿਊਨਲ ਸੋਲੀਡੈਰਿਟੀ ਔਰ ਹਾਰਮਨੀ। then Bhatnagar award ਸਾਇੰਸ ਦੇ ਲਈ। ਧਨਵੰਤਰੀ ਅਵਾਰਡ ਮੈਡੀਕਲ ਸਾਇੰਸ। ਸੋ ਧਨਵੰਤਰੀ ਅਵਾਰਡ ਬਾਰੇ ਬਹੁਤ ਵਾਰੀ ਸਟੈਟਿਕ ਜੀਕੇ ਦੇ ਅੰਦਰ ਕੁਐਸਚਨ ਪੁੱਛਿਆ ਗਿਆ। ਸੋ ਦਿਸ ਇਜ਼ ਅਗੇਨ very important to remember ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਕਿਉਂਕਿ ਚਾਰੋਂ ਸਟੇਟਮੈਂਟ ਬਿਲਕੁਲ ਸਹੀ ਨੇ all of the above। Which of the following award is presented on the eve of Republic Day? 26 ਜਨਵਰੀ ਨੂੰ ਰਿਪਬਲਿਕ ਡੇ ਵਾਲੇ ਦਿਨ ਕਿਹੜੇ ਅਵਾਰਡ ਦਿੱਤੇ ਜਾਂਦੇ ਨੇ? ਸੋ ਤਿੰਨੋਂ ਹੀ ਅਵਾਰਡ ਰਿਪਬਲਿਕ ਡੇ ਤੇ ਦਿੱਤੇ ਜਾਂਦੇ ਨੇ। ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਸ਼੍ਰੀ। ਸੋ ਆਪਸ਼ਨ ਡੀ 1 2 and 3 ਸਹੀ ਉੱਤਰ ਹੈ। ਨੈਕਸਟ ਅਗੇਨ ਮੈਚ ਦੀ ਫੋਲੋਇੰਗ ਕੁਐਸਚਨ। ਪਰਮਵੀਰ ਚੱਕਰ ਸਭ ਤੋਂ ਹਾਈਐਸਟ ਲੈਵਲ ਦਾ ਗੈਲੈਂਟਰੀ ਅਵਾਰਡ ਹੈ। ਮਹਾਵੀਰ ਚੱਕਰ ਸੈਕਿੰਡ ਨੰਬਰ ਤੇ ਆਉਂਦਾ, ਵੀਰ ਚੱਕਰ ਥਰਡ। ਸੋ ਇਹ ਫਰਸਟ ਸੈਕਿੰਡ ਥਰਡ ਤੁਹਾਨੂੰ ਉਹਨਾਂ ਦੀ ਕ੍ਰੋਨੋਲੋਜੀ ਵੀ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਪਰਮਵੀਰ ਚੱਕਰ ਨੰਬਰ 1, ਮਹਾਵੀਰ ਨੰਬਰ 2, ਵੀਰ ਚੱਕਰ ਨੰਬਰ 3 ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ 1 2 and 3। ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਤਿੰਨ ਅਵਾਰਡਸ ਨੇ, ਤਿੰਨੋਂ ਬਰੇਵਰੀ ਲਈ ਗੈਲੈਂਟਰੀ ਲਈ ਦਿੱਤੇ ਜਾਂਦੇ ਨੇ। ਅਸ਼ੋਕ ਚੱਕਰ ਕੰਟਰੀ ਦਾ ਹਾਈਐਸਟ ਪੀਸ ਟਾਈਮ ਗੈਲੈਂਟਰੀ ਅਵਾਰਡ ਹੈ। ਪਰਮਵੀਰ ਚੱਕਰ ਦੇ ਬਿਲਕੁਲ ਬਰਾਬਰ ਲੈਵਲ ਦਾ ਅਵਾਰਡ ਹੈ। ਨੈਕਸਟ ਸਟੇਟਮੈਂਟ ਕੀਰਤੀ ਚੱਕਰ ਕਨਸਪੀਕੂਅਸ ਗੈਲੈਂਟਰੀ ਲਈ ਦਿੱਤਾ ਜਾਂਦਾ ਹੈ। ਸ਼ੌਰਯ ਚੱਕਰ ਫॉर ਐਨ ਐਕਟ ਆਫ ਗੈਲੈਂਟਰੀ। ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਸਪੈਸੀਫਿਕੇਸ਼ਨ ਦੇ ਰਹੀਆਂ ਨੇ। ਰਾਈਟ ਆਨਸਰ ਹੈ ਆਪਸ਼ਨ ਡੀ। Next is which of the following medals are awarded to personnel of all the three services? ਸੋ ਜਿਹੜੇ ਤਿੰਨੋਂ ਸਰਵਿਸਿਜ਼ ਵਾਲੇ ਨੂੰ ਜਲ ਵਾਯੂ ਜਿਹੜੇ ਜੋ ਵੀ ਸਰਵਿਸਿਜ਼ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਤਿੰਨੋਂ ਮੈਡਲ। ਉਹ ਹੈਗੇ ਨੇ ਪੀਵੀਐਸਐਮ, ਏਵੀਐਸਐਮ, ਵੀਐਸਐਮ। ਸੋ ਇਹ ਤਿੰਨੋਂ ਹੀ ਤਿੰਨ ਸਰਵਿਸਿਜ਼ ਦੇ ਲਈ ਦਿੱਤੇ ਜਾਂਦੇ ਨੇ ਜੋ ਆਪਣੇ ਆਰਮੀ, ਡਿਫੈਂਸ, 에ਅਰ ਵਾਲੀ ਸਰਵਿਸਿਜ਼ ਨੇ।
then naval service. So right answer है option D 1, 2 and 3 परम विशिष्ट सेवा मेडल, अति विशिष्ट and विशिष्ट सेवा मेडल. Consider the following statement. Rajiv Gandhi Environment Award ਜੋ ਕੋਈ ਵੀ ਵਾਤਾਵਰਣ ਨੂੰ ਸਾਫ਼ ਰੱਖਦਾ ਹੈ ਉਹਨੂੰ ਸਾਫ਼ ਰੱਖਣ ਦੇ ਲਈ ਨਵੀਂ ਕੋਈ ਟੈਕਨੋਲੋਜੀ ਲੈ ਕੇ ਆਉਂਦਾ, ਕੋਈ ਆਊਟਸਟੈਂਡਿੰਗ ਕੰਟਰੀਬਿਊਸ਼ਨ ਕਰਦਾ, ਡਿਵੈਲਪਮੈਂਟ ਕਰਦਾ, ਸੋ ਉਹਨੂੰ ਦਿੱਤਾ ਜਾਂਦਾ. ਪਹਿਲਾ ਭਾਰਤ ਰਤਨ ਅਵਾਰਡ ਇਨੀਸ਼ੀਏਟ ਕੀਤਾ ਗਿਆ ਸੀ 1954 ਵਿੱਚ. ਇੰਦਰਾ ਗਾਂਧੀ ਅਵਾਰਡ ਨੈਸ਼ਨਲ ਇੰਟੀਗ੍ਰੇਸ਼ਨ ਦੇ ਲਈ ਜਿਹੜੇ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਸਾਈਟੇਸ਼ਨ ਹੁੰਦੀ ਹੈ ਨਾਲ 5 ਲੱਖ ਦਾ ਕੈਸ਼ ਅਵਾਰਡ. ਸੋ ਇਹ ਤਿੰਨੋਂ ਸਟੇਟਮੈਂਟ ਬਿਲਕੁਲ ਸਹੀ ਡਿਸਕ੍ਰਿਪਸ਼ਨ ਨੇ ਅਲੱਗ-ਅਲੱਗ ਅਵਾਰਡਸ ਦੀਆਂ. ਰਾਈਟ ਆਨਸਰ ਹੈ ਆਪਸ਼ਨ ਡੀ. The Times of India Group founded the Bharatiya Janipith Trust. ICAR gives Swami Sahajanand Saraswati Award. ਸੋ ਇਹ ਕੁਝ ਆਰਗੇਨਾਈਜੇਸ਼ਨਸ ਦੇ ਨਾਮ ਨੇ ਜਿਨ੍ਹਾਂ ਨੇ ਕੋਈ ਟਰਸਟ ਫਾਊਂਡ ਕੀਤੀ ਹੈ ਜਾਂ ਜਿਹੜੇ ਕੋਈ ਅਵਾਰਡਸ ਦੇ ਵਿੱਚ ਆਪਣੀ ਫੰਡਿੰਗ ਕਰਦੇ ਨੇ, ਦਿੰਦੇ ਨੇ. ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਡਿਸਕ੍ਰਿਪਸ਼ਨ ਨੇ ਤੇ ਰਾਈਟ ਆਨਸਰ ਹੈ ਆਪਸ਼ਨ A 1 and 2. Consider the following statement. Tagore Awards have been instituted as part of Hope Project, ਜਿਹੜਾ ਇੱਕ corporate social responsibility ਦੇ ਤੌਰ ਤੇ ਇੱਕ ਇਨੀਸ਼ੀਏਟਿਵ ਪਹਿਲ ਕੀਤੀ ਗਈ ਸੀ ਸੈਮਸੰਗ ਇਲੈਕਟ੍ਰੋਨਿਕ ਦੇ ਦੁਆਰਾ. ਸੋ ਟੈਗੋਰ ਅਵਾਰਡ ਉਹਦਾ ਹੀ ਇੱਕ ਹਿੱਸਾ ਨੇ ਹੋਪ ਪ੍ਰੋਜੈਕਟ ਦਾ. ਇਸ ਅਵਾਰਡ ਦੇ ਅੰਦਰ ਜਿਹੜਾ ਲਿਟਰੇਰੀ ਵਰਕ ਹੈ ਉਹ 24 ਭਾਰਤੀ ਲੈਂਗੁਏਜਸ ਦੇ ਵਿੱਚ ਐਲੀਜੀਬਲ ਹੈ ਇਸ ਅਵਾਰਡ ਨੂੰ ਲੈਣ ਦੇ ਲਈ. So under this award literally works in 24 Indian languages are eligible. So ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਟੈਗੋਰ ਅਵਾਰਡਸ ਨੂੰ ਲੈ ਕੇ. ਰਾਈਟ ਆਨਸਰ ਹੈ ਆਪਸ਼ਨ ਸੀ. ਨੈਕਸਟ ਦੋ ਸਟੇਟਮੈਂਟਸ ਨੇ. ਪਹਿਲੀ ਸਟੇਟਮੈਂਟ ਹੈ ਸਾਹਿਤਿਆ ਅਕੈਡਮੀ ਅਵਾਰਡ ਹਾਈਐਸਟ ਲੈਵਲ ਦਾ ਲਿਟਰੇਰੀ ਪ੍ਰਾਈਜ਼ ਹੈ ਜਿਹੜਾ ਭਾਰਤ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਹੈ. ਇਹ ਸਟੇਟਮੈਂਟ ਗਲਤ ਹੈ. ਇੰਦਰਾ ਗਾਂਧੀ ਪ੍ਰਾਯਾਵਰਨ ਪੁਰਸਕਾਰ is an environmental prize. ਸੋ ਇਹ ਬਿਲਕੁਲ ਸਹੀ ਹੈ. ਆਪਸ਼ਨ 2 ਇਹਦਾ ਰਾਈਟ ਆਨਸਰ ਹੈ. 2 ਓਨਲੀ ਆਪਸ਼ਨ ਬੀ. ਨੈਕਸਟ ਭਾਰਤ ਰਤਨ ਕਿਹੜੇ ਪਰਸਨਸ ਨੂੰ ਮਿਲਿਆ ਆਪਾਂ ਨੇ ਕਰੈਕਟ ਕ੍ਰੋਨੋਲੋਜੀ ਦੇ ਵਿੱਚ ਲਗਾਉਣਾ. ਸੋ ਸਭ ਤੋਂ ਪਹਿਲਾਂ ਮਿਲਿਆ APJ ਅਬਦੁਲ ਕਲਾਮ, ਦੈਨ MS ਸੁਬੁਲਕਸ਼ਮੀ, ਉਸ ਤੋਂ ਬਾਅਦ ਅਮਰਤਿਆ ਸੇਨ ਐਂਡ ਲਾਸਟਲੀ ਲਤਾ ਮੰਗੇਸ਼ਕਰ ਜੀ. ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ. 22nd question. Consider the following statement. Devika Rani was the first Indian to win Dada Saheb Phalke Award. ਬਿਲਕੁਲ ਕਰੈਕਟ ਸਟੇਟਮੈਂਟ ਹੈ. ਦਾਦਾ ਸਾਹਿਬ ਫਾਲਕੇ ਅਵਾਰਡ ਪਹਿਲੀ ਵਾਰੀ ਦੇਵਿਕਾ ਰਾਣੀ ਨੂੰ ਮਿਲਿਆ ਸੀ ਤੇ ਪਹਿਲੀ ਭਾਰਤੀ ਜਿਨ੍ਹਾਂ ਨੂੰ ਅਵਾਰਡ ਮਿਲਿਆ ਸੀ. ਤੇ ਇਹ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ. ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਸਟੈਟਿਕ GK ਕੁਐਸਚਨ ਔਨ ਅਵਾਰਡਸ. ਭਾਨੂ ਅਥਾਇਆ ਨੂੰ ਪਹਿਲੇ ਭਾਰਤੀ ਸੀ ਜਿਨ੍ਹਾਂ ਨੂੰ ਪਹਿਲਾ ਆਸਕਰ ਅਵਾਰਡ ਮਿਲਿਆ. ਅਰੁੰਧਤੀ ਰॉय ਪਹਿਲੀ ਭਾਰਤੀ ਜਿਨ੍ਹਾਂ ਨੇ ਬੁੱਕਰ ਪ੍ਰਾਈਜ਼ ਜਿੱਤਿਆ. ਸੋ ਇਹ ਤਿੰਨੋਂ ਹੀ ਸਟੇਟਮੈਂਟ ਬਿਲਕੁਲ ਸਹੀ ਨੇ ਤੇ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ. ਸੋ ਰਾਈਟ ਆਨਸਰ ਹੈ ਆਪਸ਼ਨ A. Next is Anna Hazare was awarded Padma Bhushan in recognition for. So ਕਿਹੜੇ ਕੰਮ ਦੇ ਲਈ ਅੰਨਾ ਹਜ਼ਾਰੇ ਜੀ ਨੂੰ ਪਦਮ ਵਿਭੂਸ਼ਣ ਮਿਲਿਆ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ C. Transforming a barren dry village called Ralegan Siddhi in Maharashtra's Ahmednagar district into a model village of self-sufficiency, eco-friendly and harmony. ਸੋ ਉਹਨਾਂ ਨੇ ਇੱਕ ਬਿਲਕੁਲ ਬੰਜਰ ਸੁੱਕੇ ਪਏ ਪਿੰਡ ਨੂੰ ਬਹੁਤ ਹੀ ਵਧੀਆ ਮਾਡਲ ਵਿਲੇਜ ਦੇ ਵਿੱਚ ਤਬਦੀਲ ਕੀਤਾ. ਸੋ ਇਸ ਰਿਮਾਰਕੇਬਲ ਬ੍ਰਿਲੀਅੰਟ ਐਫਰਟ ਦੇ ਲਈ ਉਹਨਾਂ ਨੂੰ ਪਦਮ ਭੂਸ਼ਣ ਅਵਾਰਡ ਮਿਲਿਆ. ਨੈਕਸਟ ਹੈ 24th question. ਰਾਜੀਵ ਗਾਂਧੀ ਖੇਲ ਰਤਨ ਅਵਾਰਡ was instituted in the year 1991-92 to national accolade in the field of support. ਸੋ ਬਿਲਕੁਲ ਸਹੀ ਆਨਸਰ ਹੈ, ਸਹੀ ਸਟੇਟਮੈਂਟ ਹੈ. ਵਿਸ਼ਵਨਾਥਨ ਆਨੰਦ ਪਹਿਲੇ ਸੀ ਜਿਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਮਿਲਿਆ ਸੀ. ਸੋ ਪਹਿਲੇ ਰੈਸੀਪੀਐਂਟ ਸੀ ਜਿਨ੍ਹਾਂ ਨੇ ਅਵਾਰਡ ਲਿਆ ਵਿਸ਼ਵਨਾਥਨ ਆਨੰਦ. ਸੋ ਆਪਸ਼ਨ C ਰਾਈਟ ਆਨਸਰ ਹੈ ਬੋਥ 1 and 2. ਦਾਦਾ ਸਾਹਿਬ ਫਾਲਕੇ ਅਵਾਰਡ ਇੰਡੀਆ ਦਾ ਹਾਈਐਸਟ ਅਵਾਰਡ ਹੈ ਸਿਨੇਮਾ ਦਾ ਜਿਹੜਾ ਹਰ ਸਾਲ ਭਾਰਤ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਹੈ ਜਿਹਦਾ ਕਿਸੇ ਦਾ ਵੀ ਲਾਈਫ ਟਾਈਮ ਕੰਟਰੀਬਿਊਸ਼ਨ ਮੰਨਿਆ ਜਾਂਦਾ ਹੈ ਇੰਡੀਅਨ ਸਿਨੇਮਾ ਦੇ ਵਿੱਚ. ਸੋ ਇਹ ਸਟੇਟਮੈਂਟ ਬਿਲਕੁਲ ਸਹੀ ਡਿਸਕ੍ਰਿਪਸ਼ਨ ਹੈ. ਪ੍ਰਿਥਵੀ ਰਾਜ ਕਪੂਰ ਪਹਿਲੇ ਰੈਸੀਪੀਐਂਟ ਸੀ ਦਾਦਾ ਸਾਹਿਬ ਫਾਲਕੇ ਅਵਾਰਡ ਦੇ. ਇਹ ਸਟੇਟਮੈਂਟ ਬਿਲਕੁਲ ਗਲਤ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ A 1 ਓਨਲੀ. ਤੇ ਇਹ ਜਿਹੜਾ ਦਾਦਾ ਸਾਹਿਬ ਫਾਲਕੇ ਅਵਾਰਡ ਹੈ ਇਹਦੇ ਨਾਲ ਰਿਲੇਟਡ
ਜਿਹੜੇ ਵੀ ਪੇਪਰ ਦੇ ਵਿੱਚ ਸਟੈਟਿਕ ਜੀਕੇ ਚੋਂ ਤੁਸੀਂ ਕੁਐਸਚਨ ਦੇਖੋਗੇ ਤਾਂ ਤੁਸੀਂ ਇੱਕ ਕੁਐਸਚਨ ਜ਼ਰੂਰ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਦੇਖੋਗੇ, ਚਾਹੇ ਮੂਵੀ ਹੋਵੇ, ਫਰਸਟ ਰੈਸੀਪੀਐਂਟ ਹੋਵੇ, ਈਅਰ ਹੋਵੇ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਵਾਰਡ ਹੈ। ਸੋ ਫਰਸਟ ਰੈਸੀਪੀਐਂਟ ਸੀ ਦੇਵਿਕਾ ਰਾਣੀ। Next, a National Urban Water Award is instituted by Ministry of Urban Development for excellence in। So किस चीज़ ਦੀ excellence ਦੇ ਵਿੱਚ National Urban Water Award ਦਿੱਤਾ ਜਾਂਦਾ ਹੈ Ministry of Urban Development ਦੇ ਵੱਲੋਂ। ਸੋ ਜੋ ਕੋਈ ਵੀ ਬਹੁਤ brilliantly ਕੰਮ ਕਰਦਾ ਹੈ ਪੂਅਰ ਗਰੀਬ ਲੋਕਾਂ ਦੇ ਲਈ, then citizen service governance ਦੇ ਲਈ, ਸ਼ਹਿਰੀ ਖੇਤਰਾਂ ਦੇ ਵਿੱਚ ਸਾਫ਼ ਸਫਾਈ ਰੱਖਣ ਦੇ ਲਈ urban sanitation, and fourth communication strategy and awareness generation। So right answer है option A 1, 2, 3 and 4। Next is which of the following statement is are correct? Tagore Literature Award are jointly instituted by Sahitya Academy and Nokia। So ਇਹ statement ਬਿਲਕੁਲ ਗਲਤ ਹੈ ਕਿਉਂਕਿ ਉਰੇ Nokia ਦੀ ਜਗ੍ਹਾ ਤੇ ਹੈ Samsung Electronic। ਸੋ ਇਹ ਜਿਹੜਾ ਫੈਕਟ ਹੈ ਐਸ ਸੱਚ ਵੀ ਤੁਹਾਨੂੰ ਐਗਜ਼ਾਮ ਦੇ ਲਈ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਟੈਗੋਰ ਲਿਟਰੇਚਰ ਅਵਾਰਡ ਜੁਆਇੰਟਲੀ ਕਿਹਦੇ ਦੁਆਰਾ ਦਿੱਤੇ ਜਾਂਦੇ ਨੇ। ਸੋ ਉਹ ਹੈ ਸਾਹਿਤਿਆ ਅਕੈਡਮੀ ਤੇ ਨਾਲ ਸੈਮਸੰਗ ਇਲੈਕਟ੍ਰੋਨਿਕ। Awards are given to best of literary contribution by writers in 8 Indian languages। So ਇਹ ਬਿਲਕੁਲ ਸਹੀ ਹੈ। 24 Indian languages are eligible for consideration under the scheme। So ਇਹ statement ਵੀ ਬਿਲਕੁਲ ਸਹੀ ਹੈ। Awards have been instituted part of HOPE project। So fourth statement is also correct। So right answer is option C 2, 3 and 4। Next ਚਾਰ fields ਨੇ, ਚਾਰ areas of work ਨੇ। So ਆਪਾਂ ਨੇ ਦੱਸਣਾ ਹੈ ਕਿ ਸ਼ਾਂਤੀ ਸਰੂਪ ਭਟਨਾਗਰ ਪ੍ਰਾਈਜ਼ ਇਹਨਾਂ ਦੇ ਵਿੱਚੋਂ ਕਿਹੜੇ field ਦੇ ਲਈ ਦਿੱਤਾ ਜਾਂਦਾ ਹੈ। ਸੋ ਬਾਇਓਲੋਜੀ, ਫਿਜ਼ਿਕਸ, ਮੈਡੀਸਿਨ, ਮੈਥਮੈਟਿਕਸ ਇਹਨਾਂ ਚਾਰਾਂ ਦੇ ਲਈ ਹੀ ਅਵਾਰਡ ਦਿੱਤਾ ਜਾਂਦਾ ਹੈ। ਸੋ ਰਾਈਟ ਆਨਸਰ ਹੈ ਆਪਸ਼ਨ A 1, 2, 3 and 4। So today's last question 29th from our part 1 National Award series। Consider the following statement about National Energy Conservation Award। So National Energy Conservation Award ਦਿੱਤਾ ਜਾਂਦਾ ਹੈ ਜੇ ਕਿਸੇ ਨੇ ਸਪੈਸੀਫਿਕ ਕਿਸੇ ਵੀ ਪਾਰਟਿਕੂਲਰ ਕਿਸੇ ਵੀ ਤਰ੍ਹਾਂ ਦੀ એનર્ਜੀ ਦੇ ਵਿੱਚ ਕੋਈ ਇੰਪਰੂਵਮੈਂਟ ਕੀਤੀ ਹੋਵੇ, ਕੋਈ એનર્ਜੀ ਨੂੰ ਬਚਾਉਣ ਦੇ ਲਈ ਕੰਜ਼ਰਵੇਸ਼ਨ ਮੈਜਰਸ ਲਏ ਹੋਣ, ਇਨੀਸ਼ੀਏਟਿਵ ਕੀਤੇ ਹੋਣ, ਦੈਨ ਇਹ ਜਿਹੜਾ ਅਵਾਰਡ ਹੈ ਇਹ ਦਿੱਤਾ ਜਾਂਦਾ ਹੈ ਮਿਨਿਸਟਰੀ ਆਫ ਪਾਵਰ ਦੇ ਦੁਆਰਾ। These awards are given in 7 major category। So ਇਹ ਸਟੇਟਮੈਂਟ ਉਰੇ ਗਲਤ ਹੈ। ਚੌਥੀ ਸਟੇਟਮੈਂਟ this award is given on ਤੇ ਇਹ ਅਵਾਰਡ ਦਿੱਤਾ ਜਾਂਦਾ ਹੈ ਹਰ ਸਾਲ ਨੈਸ਼ਨਲ એનર્ਜੀ ਕੰਜ਼ਰਵੇਸ਼ਨ ਡੇ 14 ਦਸੰਬਰ ਨੂੰ। ਸੋ ਤੁਹਾਨੂੰ ਐਸ ਸੱਚ ਪਾਰਟਿਕੂਲਰਲੀ ਅਲੱਗ ਤੋਂ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਨੈਸ਼ਨਲ એનર્ਜੀ ਕੰਜ਼ਰਵੇਸ਼ਨ ਡੇ ਕਿਸ ਦਿਨ ਇੰਡੀਆ ਦੇ ਵਿੱਚ observe ਕੀਤਾ ਜਾਂਦਾ ਹੈ। ਸੋ the date is 14th of December। ਸੋ ਚੌਥੀ ਸਟੇਟਮੈਂਟ ਵੀ ਸਹੀ ਹੈ ਤੇ ਇਸ ਕੁਐਸਚਨ ਦਾ right answer ਹੈ option B 1, 2 and 4 only। So this was all about our today's lecture। I hope you liked the video। Keep supporting Victor's Knowledge and in next part I'll be taking up important international awards।